कि हुण ना ਉਹ ਜਿਹੜੇ ਕਹਿੰਦੇ ਨੇ ਵੀ ਨੰਨੀ ਛਾਂ ਹੈ ਉਹ ਆ ਕੇ ਨੰਨੀ ਛਾਂ ਬਹੇ ਅੱਗੇ ਆ ਕੇ ਜਿਹੜੀ ਤੋਪਾਂ ਦੇ ਗੋਲਿਆਂ ਦੇ ਤੇ ਹੁਣ ਜਿਹੜੀ ਉਹ ਕਹਿੰਦੇ ਤੁਸੀਂ ਵੀ ਟੈਂਕ ਚੱਲਨੇ ਨੇ ਗੋਲੀਆਂ ਚੱਲਨੇ ਨੇ ਬਹਿਣ ਦੇ ਵਿੱਚ ਜਦੋਂ ਗੋਲੀ ਚੱਲੂਗੀ ਤਾਂ ਮੀਡੀਆ ਨੂੰ ਪਤਾ ਲੱਗੇ ਵੀ ਅੱਜ ਕੈਪਟਨ ਵੀ ਮਰ ਰਿਹਾ ਹੈ ਤੇ ਬਾਦਲ ਪਰਿਵਾਰ ਵੀ ਕੁਰਬਾਨੀ ਦੇਣ ਨੂੰ ਤਿਆਰ ਹੈ ਜਿੱਦਾਂ ਉਹ ਕਹਿੰਦਾ ਰਿਹਾ ਹੈ। ਜਦੋਂ ਇਲੈਕਸ਼ਨ ਦੇ ਵਿੱਚ ਆਇਆ ਹੋਇਆ ਸੀ ਮੇਅਰ ਦੇ ਇਲੈਕਸ਼ਨ 'ਚ ਉਦੋਂ ਅਸੀਂ ਉਹਨੂੰ ਅੰਬਾਲੇ ਤੋਂ ਭਜਾਇਆ ਤੇ ਕੱਲ ਉਹਦਾ ਹੈਲੀਕਾਪਟਰ ਉਤਰ ਨਹੀਂ ਦਿੱਤਾ ਤੇ ਉਹ ਬਹਾਨਾ ਬਣਾਉਂਦੇ ਨੇ ਕਹਿੰਦੇ ਵੀ ਮੌਸਮ ਖਰਾਬ ਸੀ ਕਿ ਮੌਸਮ ਨਹੀਂ ਉਹਨਾਂ ਦਾ ਦਿਮਾਗ ਖਰਾਬ ਹੈ। ਉਹ ਰਾਈਟ ਅਧਿਕਾਰ ਮੰਗਦੇ ਨੇ ਉਹਨੂੰ ਇੱਦਾਂ ਹੀ ਕਿਹਾ ਜਾਂਦਾ ਜਾਂ ਅਰਬਨ ਨਕਸਲੀ ਕਿਹਾ ਜਾਂਦਾ ਹੈ ਜਾਂ ਉਹਨਾਂ ਨੂੰ ਲੈਫਿਸਟ ਕਿਹਾ ਜਾਂਦਾ ਹੈ ਜਾਂ ਦੇਸ਼ ਦਰੋਹੀ ਕਿਹਾ ਜਾਂਦਾ ਹੈ। ਜੇ ਤੁਸੀਂ ਬੀਜੇਪੀ ਜੋ ਚਾਹੇ ਤੁਸੀਂ ਲੱਖਾਂ ਪਾਪ ਕੀਤੇ ਨੇ ਤੇ ਤਾਂ ਵੀ ਤੁਸੀਂ ਦੇਸ਼ ਭਗਤ ਹੋਵੋਗੇ। ਅਗਲਾ ਸਟੈਪ ਵਧੀਆ ਹੋਰ ਕੀ ਹੋਣਾ ਚਾਹੀਦਾ? ਅਸੀਂ ਇੱਕ ਗੱਲ ਕਹਿੰਦੇ ਆ ਸਾਨੂੰ ਨਾ ਇੱਕ ਗੱਲ ਪਤਾ ਲੱਗੀ ਹੈ ਕਿ ਵੈਸੇ ਤਾਂ ਨਾ ਸਾਨੂੰ ਹੁਣ ਗੱਲਬਾਤ ਕਰਨ ਜਾਣਾ ਹੀ ਨਹੀਂ ਚਾਹੀਦਾ। ਤੇ ਜੇ ਗੱਲ ਕਰਨੀ ਹੋਵੇ ਤੇ ਜਰਨੈਲ ਨਾਲ ਜਰਨੈਲ ਗੱਲ ਕਰੇ ਮੋਦੀ ਆਵੇ ਗੱਲ ਕਰਨ ਅਮਿਤ ਸ਼ਾਹ ਆਵੇ ਤੇ ਇਹਨਾਂ ਨਾਲ ਇਹ ਜਿਹੜੇ ਨੌਕਰ ਇਹਨਾਂ ਨਾਲ ਗੱਲ ਨਹੀਂ ਸਾਨੂੰ ਕਰਨੀ। ਟਕੈਤ ਸਾਹਿਬ ਕਹਿੰਦੇ ਨੇ ਵੀ ਹੁਣ ਤੁਹਾਡੇ ਅੱਗੇ ਟੈਂਕ ਹੋ ਸਕਦੇ ਤੇ ਸਾਡੇ ਇਧਰਲੇ ਪਾਸੇ ਟਰੈਕਟਰ ਤੇ ਟਰਾਲੀਆਂ ਹੋ ਸਕਦੇ ਨੇ। ਵੀਰ ਜੀ ਗੱਲ ਪਤਾ ਹੀ ਚੱਕਰ ਜਿਹੜਾ ਟੈਂਕ ਨੂੰ ਚਲਾਉਣ ਵਾਲਾ ਬੰਦਾ ਨਾ ਉਹ ਇੱਕੇ ਪਰਿਵਾਰ 'ਚ ਹੈ। ਪਹਿਲਾਂ ਤਾਂ ਇੱਕ ਗੱਲ ਮੈਂ ਕਲੀਅਰ ਕਰ ਦਿੰਦਾ ਜਿਹੜਾ ਜਵਾਨ ਹੈ ਨਾ ਉਹ ਕਿਸਾਨ ਦਾ ਹੀ ਬੇਟਾ ਹੈ ਉਹ ਆਪਣੇ ਚਾਚੇ ਤਾਏ ਤੇ ਗੋਲੀ ਨਹੀਂ ਚਲਾਊਗਾ। ਇਹ ਕਰ ਸਕਦੇ ਨੇ ਇੱਕ ਕੰਮ ਇਹਨਾਂ ਦਾ ਜਿਹੜਾ ਸਾਨੂੰ ਲੱਗਿਆ ਪਤਾ ਵੀ ਸਾਡੇ ਵੀ ਉੱਥੇ ਬੰਦੇ ਨੇ ਇਹ UNO ਤੋਂ ਫੋਰਸ ਸੱਦ ਸਕਦੇ ਨੇ। UNO ਕੋਲ ਇੱਕ ਫੋਰਸ ਆ ਉਹਦੀ ਸਾਡੇ ਨਾਲ ਕੋਈ ਸਿਮਤੀ ਨਹੀਂ ਤੇ ਫੌਜ ਤਾਂ ਵੈਸੇ ਹੀ ਬਾਕੀ ਹੋਣ ਨੂੰ ਬੈਠੀ ਆ। ਨੂੰ ਪਤਾ ਹੋਏਗਾ ਬਈ ਰਾਜੋਆਣੇ ਨੂੰ ਛੱਡਣ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਹਵਾਰੇ ਨੂੰ ਛੱਡਣ ਦੀਆਂ ਗੱਲਾਂ ਹੋ ਰਹੀਆਂ ਨੇ। ਇੱਥੇ ਤੱਕ ਕਿ ਜਿਹੜਾ ਬਿੱਟੂ ਨੇ ਹਵਾਰੇ ਰਾਜੋਆਣੇ ਦੇ ਵਿਰੋਧੀ ਰਹੇ ਨੇ ਤੇ ਉਹ ਕਹਿੰਦੇ ਵੀ ਜੇ ਕਾਲੇ ਕਾਨੂੰਨ ਸਰਕਾਰ ਵਾਪਸ ਲੈ ਲੈਂਦੀ ਹੈ ਤੇ ਸਾਡਾ ਜਿਹੜਾ ਪਰਿਵਾਰ ਹੈ ਇਹਨਾਂ ਦੋਹਾਂ ਦਾ ਹਵਾਰੇ ਦਾ ਰਾਜੋਆਣੇ ਦਾ ਕਦੇ ਵਿਰੋਧ ਨਹੀਂ ਕਰੇਗਾ। ਤੇ ਹੁਣ ਆਪਾਂ ਤਾਂ ਹਰਿਆਣੇ ਪੰਜਾਬ ਵਾਲੀ ਗੱਲ ਨਹੀਂ ਕਰਦੇ ਅਸੀਂ ਤਾਂ ਸਾਂਝੇ ਪੰਜਾਬ ਵਾਲੀ ਗੱਲ ਕਰਦੇ ਹਾਂ ਕਿ ਸਾਡਾ ਸਾਂਝਾ ਪੰਜਾਬ ਹੈ ਤੇ ਉਹ ਭਰਾ ਸੀਗੇ ਤੇ ਥੋੜੇ ਜਿਹੇ ਸਰਕਾਰਾਂ ਕਰਕੇ ਬਖਰੇਵੇਂ ਸੀ ਉਹ ਸਾਰੇ ਮਿਟ ਗਏ ਨੇ। ਕੁੰਡਲੀ ਬਾਰਡਰ ਤੇ ਮੌਜੂਦ ਹਾਂ ਤੁਸੀਂ ਸੁਰਖਾਬ ਟੀਵੀ ਦੇਖ ਰਹੇ ਹੋ ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ। ਜਿਸ ਤਰ੍ਹਾਂ ਸੇਵਾ ਦਾ ਕੋਈ ਦਾਇਰਾ ਨਹੀਂ ਹੁੰਦਾ ਹਰ ਜਗ੍ਹਾ ਦੇ ਉੱਪਰ ਜਾ ਕੇ ਸੇਵਾ ਕੀਤੀ ਜਾ ਸਕਦੀ ਹੈ ਉਹਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਵੀ ਅਸੀਂ ਕਿਸੇ ਨੀਵੀਂ ਜਾਤ ਦੇ ਨੂੰ ਪ੍ਰਸ਼ਾਦਾ ਛਕਾ ਰਹੇ ਹਾਂ ਜਿਸ ਨੂੰ ਕਿਹਾ ਜਾਂਦਾ ਸੀ ਵੀ ਇਹ ਨੀਵੀਂ ਜਾਤ ਦਾ ਹੈ ਜਾਂ ਕੋਈ ਜਿਹੜਾ ਹੈ ਉਹ ਰਾਸ਼ਟਰਪਤੀ ਆ ਕੇ ਪ੍ਰਧਾਨ ਮੰਤਰੀ ਆ ਕੇ ਪ੍ਰਸ਼ਾਦਾ ਛਕਦਾ ਹੈ ਕੋਈ ਰਾਜਾ ਛਕਦਾ ਹੈ ਉਹਦਾ ਕੋਈ ਦਾਇਰਾ ਨਹੀਂ ਹੁੰਦਾ ਸੇਵਾ ਦਾ। ਇਸ ਤਰ੍ਹਾਂ ਹੀ ਜਿਹੜੇ ਸੰਘਰਸ਼ ਲੜੇ ਜਾਂਦੇ ਨੇ ਉਹਨਾਂ ਦਾ ਵੀ ਕੋਈ ਦਾਇਰਾ ਨਹੀਂ ਹੁੰਦਾ ਤੇ ਜਿਹਦੇ ਵਿੱਚ ਆ ਕੇ ਜਿਸ ਜਿੰਨਾ ਵੀ ਜ਼ੋਰ ਹੁੰਦਾ ਹੈ ਉਹ ਇੱਕ ਦੂਜੇ ਦੀ ਮਦਦ ਕਰ ਜਾਇਆ ਕਰਦਾ ਹੈ। ਜਿਸ ਵੀਰ ਜੀ ਦੇ ਨਾਲ ਅਸੀਂ ਤੁਹਾਡੀ ਅੱਜ ਗੱਲਬਾਤ ਕਰਾਉਣੀ ਹੈ ਤੇ ਉਹ ਵੀਰ ਜੀ ਹੁਣੀ ਰਹਿਣ ਵਾਲੇ ਨੇ ਹਰਿਆਣੇ ਦੇ ਨੇ ਤੇ ਪੰਜਾਬ ਦੇ ਸ਼ੰਭੂ ਬਾਰਡਰ ਦੇ ਉੱਪਰ ਜਾ ਕੇ ਇਹਨਾਂ ਨੇ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਜਿਹੜੇ ਬੈਰੀਗੇਡ ਤੋੜੇ ਜਾ ਕੇ ਮਦਦ ਕੀਤੀ। ਹਰਿਆਣੇ ਤੋਂ ਚੱਲ ਕੇ ਸਪੈਸ਼ਲ ਅੰਬਾਲਾ ਟੱਪ ਕੇ ਜਿਹੜੇ ਉਹ ਸ਼ੰਭੂ ਬਾਰਡਰ ਤੇ ਪਹੁੰਚਦੇ ਨੇ। ਵੀਰ ਤੇਜਵੀਰ ਸਿੰਘ ਜੀ ਵੀਰ ਜੀ ਇਹ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਵੀ ਤੁਸੀਂ ਰਹਿਣ ਵਾਲੇ ਤੇ ਹਰਿਆਣੇ ਦੇ ਹੋ ਤੇ ਜਾ ਕੇ ਜਿਹੜਾ ਪੰਜਾਬ ਵਾਲਿਆਂ ਦਾ ਸਾਥ ਸ਼ੰਭੂ ਬਾਰਡਰ ਦੇ ਉੱਪਰ ਦੇਣਾ? ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅੱਜ ਕਰਦੇ ਹਾਂ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਵਿਸ਼ੇਸ਼ ਤੌਰ ਤੇ ਆਪ ਜੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਗੋਦੀ ਮੀਡੀਆ ਨੇ ਸਾਡਾ ਉਹਨਾਂ ਸਾਥ ਨਹੀਂ ਦਿੱਤਾ ਜਿੰਨਾ ਸੋਸ਼ਲ ਮੀਡੀਆ ਦੇ ਨੇ ਚੈਨਲ ਨੇ ਉਹ ਸਾਰੇ ਸਾਥ ਦੇ ਰਹੇ ਨੇ ਤੇ ਉਹਨਾਂ ਨੇ ਸਾਡੀ ਗੱਲ ਦੇਸ਼ ਦੇ ਵਿੱਚ ਨਹੀਂ ਵਿਦੇਸ਼ ਦੇ ਵਿੱਚ ਪਹੁੰਚਾਈ। ਗੱਲ ਕੀ ਇਹ ਅਸੀਂ ਬੈਰੀਕੇਡ ਤੋੜ ਚੁੱਕੇ ਸੀਗੇ ਤੇ ਸਾਰਿਆਂ ਦੇ ਬੈਰੀਕੇਡ ਤੋੜਨਾ ਤੇ ਸਾਡਾ ਫਰਜ਼ ਸੀਗਾ ਤੇ ਪੰਜਾਬ ਵਾਲਿਆਂ ਨੂੰ ਨਾਲ ਲੈ ਕੇ ਚੱਲਣਾ। ਅਸੀਂ ਬੈਰੀਕੇਡ ਤੋੜਦੇ ਜਾਂਦੇ ਸੀਗੇ ਤੇ ਉਹਨਾਂ ਦੀ ਸਾਡੇ ਕੋਲ ਕਾਲ ਸੀ ਤੇ ਅਸੀਂ ਆਹ ਗੱਲ ਨਹੀਂ ਰੱਖੀ ਹੈ ਜਿਹੜਾ ਵੀ ਇੱਥੇ ਆਇਆ ਹੋ ਚਾਹੇ ਉੱਤਰਾਖੰਡ ਤੋਂ ਆਇਆ ਹੈ ਅਸੀਂ ਹੁਣ ਸ਼ਾਹਜਹਾਂ ਪਰ ਵੀ ਗਏ ਸੀ ਚਾਹੇ ਕੋਈ UP ਤੋਂ ਆਇਆ ਚਾਹੇ ਬਿਹਾਰ ਤੋਂ ਆਇਆ ਚਾਹੇ ਕਰਨਾਟਕ ਤੋਂ ਚਾਹੇ MP ਤੋਂ ਪਲਵਲ ਬਾਰਡਰ ਤੋਂ ਗਵਾਲੀਅਰ ਤੋਂ ਆਏ ਹੋਏ ਨੇ ਕਿਸਾਨ ਚਾਹੇ ਕੋਈ ਬੰਦੇਲਖੰਡ ਤੋਂ ਛੱਤੀਸਗੜ੍ਹ ਤੋਂ ਆਇਆ। ਹੁਣ ਗੱਲ ਹਰਿਆਣੇ ਪੰਜਾਬ ਵਾਲੀ ਨਹੀਂ ਹੁਣ ਗੱਲ ਕਿਸਾਨੀ ਦੀ ਹੈ। ਜਿੱਦਾਂ ਮੈਂ ਕਿਹਾ ਵੀ ਸੇਵਾ ਦਾ ਵੀ ਕੋਈ ਦਾਇਰਾ ਨਹੀਂ ਹੁੰਦਾ ਇਸ ਤਰ੍ਹਾਂ ਇਸ ਸੰਘਰਸ਼ ਵੀ ਜਿਹੜਾ ਸਾਰਿਆਂ ਦਾ ਸਾਂਝਾ ਹੁੰਦਾ ਉਹ ਸਭ ਦਾ ਸਾਂਝਾ ਹੈ ਤੇ ਅਸੀਂ ਹਰ ਇੱਕ ਦੀ ਮਦਦ ਲਈ ਅੱਗੇ ਵੀ ਜਾਵਾਂਗੇ। ਜਿੱਦਾਂ ਬੈਰੀਕੇਡ ਤੋੜਨ ਦੀ ਸਾਡੀ ਤਿਆਰੀ ਹੈ ਜਿਹੜਾ ਸ਼ਾਹਜਹਾਂ ਪਰ ਦੇ ਤੋੜ ਕੇ ਅੱਗੇ ਸੁਖਦੇਵ ਢਾਬੇ ਤੱਕ ਆਗੇ ਜੇ ਅੱਗੇ ਉਹ ਸਾਨੂੰ ਕਾਲ ਕਰਨਗੇ ਤੇ ਅਸੀਂ ਜਾਵਾਂਗੇ ਤੇ ਆਪਾਂ ਸਾਰੇ ਹੀ ਇਕੱਠੇ ਆ ਤੇ ਸਾਰੇ ਹੀ ਜਿੰਨੇ ਵੀ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਵੀ ਸਾਡਾ ਸਾਥ ਦੇਊਗਾ ਅਸੀਂ ਉਹਦਾ ਸਾਥ ਦੇਣਾ ਡਟ ਕੇ। ਤੁਹਾਡੇ ਹਰਿਆਣੇ ਦੇ ਵਿੱਚ ਜਿਹੜੀ ਰੈਲੀ ਰੱਖੀ ਗਈ ਸੀ ਖੱਟਰ ਦੇ ਵੱਲੋਂ ਉਹ ਜਿਹੜੀ ਹੈ ਉਹ ਲਗਭਗ ਜਿਹੜੀ ਹੈਗੀ ਉਹ ਤਹਿਸ ਮਹਿਸ ਕਰ ਦਿੱਤਾ ਗਿਆ ਸਾਰਾ ਤੇ ਵੀਡੀਓ ਵਾਇਰਲ ਹੋਈਆਂ ਨੇ ਸਾਰਿਆਂ ਦੇ ਸਾਹਮਣੇ ਨੇ
ਤੇ ਉਹਨਾਂ ਦੇ ਵੱਲੋਂ ਵਾਰ-ਵਾਰ ਇਹ ਬਿਆਨ ਦਿੱਤੇ ਜਾ ਰਹੇ ਨੇ ਵੀ ਜਿਹੜਾ ਇਹ ਕਰ ਰਹੇ ਨੇ ਇਹ ਗੁੰਡੇ ਕਰ ਰਹੇ ਨੇ, ਇਹ ਕਿਸਾਨ ਨਹੀਂ ਹੈਗੇ। ਇੱਥੇ ਤੱਕ ਕਿ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਜਿਹੜੇ ਬਾਰਡਰਾਂ ਦੇ ਉੱਪਰ ਇਸ ਟਾਈਮ ਬੈਠੇ ਨੇ ਇਹ ਕਿਸਾਨ ਨਹੀਂ ਹੈਗੇ, ਜਿਵੇਂ ਤੁਸੀਂ ਗੋਦੀ ਮੀਡੀਆ ਦੀ ਗੱਲ ਕੀਤੀ ਹੈ। ਉਹ ਗੱਲ ਪਤਾ ਕੀ ਚੱਕਰ ਹੈ, ਉਹ ਅੱਜ ਕਹਿ ਰਿਹਾ ਗੁੰਡਾ ਹੈ, ਜਦੋਂ ਉਹਨੂੰ ਅੰਬਾਲੇ ਛਿੱਤਰ ਪਏ ਸੀ, ਜਦੋਂ ਇਲੈਕਸ਼ਨ ਦੇ ਵਿੱਚ ਆਇਆ ਹੋਇਆ ਸੀ ਮੇਅਰ ਦੇ ਇਲੈਕਸ਼ਨ 'ਚ, ਉਦੋਂ ਅਸੀਂ ਉਹਨੂੰ ਅੰਬਾਲੇ ਤੋਂ ਭਜਾਇਆ ਤੇ ਕੱਲ ਉਹਦਾ ਹੈਲੀਕਾਪਟਰ ਉਤਰ ਨਹੀਂ ਦਿੱਤਾ ਤੇ ਉਹ ਬਹਾਨਾ ਬਣਾਉਂਦੇ ਨੇ, ਕਹਿੰਦੇ ਵੀ ਮੌਸਮ ਖਰਾਬ ਸੀ। ਕਿ ਮੌਸਮ ਨਹੀਂ, ਉਹਨਾਂ ਦਾ ਦਿਮਾਗ ਖਰਾਬ ਹੈ। ਮੌਸਮ ਤਾਂ ਬਿਲਕੁਲ ਸਹੀ ਸੀਗਾ। ਉਹ ਤੋਂ ਬਾਅਦ ਹੁਣ ਜਿਹੜੀ ਗੱਲ ਆਈ ਹੈ ਵੀ ਵਿਰੋਧ ਕਰਨ ਵਾਲੀ, ਤੇ ਸਾਡੇ ਗੁਰਨਾਮ ਸਿੰਘ ਜੀ ਝੜੂਨੀ ਉਹ ਪਹਿਲਾਂ ਹੀ ਤੈਅ ਕਰ ਚੁੱਕੇ ਨੇ ਕਿ ਅਸੀਂ ਵਿਰੋਧ ਕਰਨਾ ਹੈ। ਉਹਨਾਂ ਨੇ ਇਕੱਲੇ ਗੁੰਡੇ ਕਿਹਾ, ਸਾਨੂੰ ਤਾਂ ਖਾਲਿਸਤਾਨੀ, ਲੈਫਿਸਟ, ਵਾਮਪੰਥੀ, ਕਦੇ ਆਤੰਕਵਾਦੀ, ਪਤਾ ਨਹੀਂ ਕੀ ਕਿਹਾ। ਗੁੰਡਾ ਦਾ ਸ਼ਬਦ ਬਹੁਤ ਛੋਟਾ ਹੈ। ਜਿਹੜਾ ਵੀ ਇਸ ਦੇਸ਼ ਦੇ ਵਿੱਚ ਵਿਦਰੋਹ ਕਰਦਾ ਹੈ, ਜੋ ਮਤਲਬ ਕਿ ਕਿਸੇ ਗੱਲ ਦੇ ਹੱਕ ਦੀ ਗੱਲ ਮੰਗਦਾ ਹੈ ਤੇ ਆਪਣਾ ਉਹ ਰਾਈਟ ਅਧਿਕਾਰ ਮੰਗਦੇ ਨੇ, ਉਹਨੂੰ ਇਦਾਂ ਹੀ ਕਿਹਾ ਜਾਂਦਾ ਹੈ, ਜਾਂ ਅਰਬਨ ਨਕਸਲੀ ਕਿਹਾ ਜਾਂਦਾ ਹੈ, ਜਾਂ ਉਹਨਾਂ ਨੂੰ ਲੈਫਿਸਟ ਕਿਹਾ ਜਾਂਦਾ ਹੈ, ਜਾਂ ਦੇਸ਼ ਦਰੋਹੀ ਕਿਹਾ ਜਾਂਦਾ ਹੈ। ਜੇ ਤੁਸੀਂ ਬੀਜੇਪੀ 'ਚੋਂ ਚਾਹੇ ਤੁਸੀਂ ਲੱਖਾਂ ਪਾਪ ਕੀਤੇ ਨੇ ਤੇ ਤਾਂ ਵੀ ਤੁਸੀਂ ਦੇਸ਼ ਭਗਤ ਹੋਵੋਗੇ। ਚੜੋਨੀ ਸਾਹਿਬ ਦਾ ਨਾਮ ਲਾਇਆ ਜਾ ਰਿਹਾ ਹੈ ਵੀ ਨੌਜਵਾਨਾਂ ਨੂੰ ਜਿਹੜੇ ਉੱਥੇ ਗੁੰਡੇ ਆਏ ਸੀ ਉਹਨਾਂ ਨੂੰ ਚੜੋਨੀ ਸਾਹਿਬ ਨੇ ਉਕਸਾਇਆ ਇਹ ਕੁਝ ਕਰਨ ਦੇ ਲਈ। ਨਹੀਂ, ਉਕਸਾਇਆ ਨਹੀਂ, ਉਹਨਾਂ ਦੇ ਕੱਲ ਕਲੀਅਰ ਕਰਤਾ ਸੀਗਾ ਵੀ ਮੈਂ ਇਸ ਜਿਹੜੇ ਉਕਸਾਣ ਦੇ ਪਿੱਛੇ ਨਹੀਂ, ਮੈਂ ਅੱਗੇ ਆ। ਤੇ ਸਾਡਾ ਸਟੈਂਡ ਹੁਣ ਵੀ ਬਰਕਰਾਰ ਹੈ। ਜਿੱਥੇ ਵੀ ਬੀਜੇਪੀ ਦਾ ਪ੍ਰੋਗਰਾਮ ਹੋਊਗਾ ਜਾਂ ਜੇਜੇਪੀ ਪਾਰਟੀ ਜਿਹੜੀ ਉਹਨਾਂ ਦੀ ਸਾਂਝੀ ਵਾਲਤਾ ਦੀ ਪਾਰਟੀ ਹੈ, ਜਿਹਨੇ ਸਾਡੀ ਪਿੱਠ 'ਚ ਛੁਰਾ ਮਾਰਿਆ ਤੇ ਕਿਸਾਨਾਂ ਦੀ ਵੋਟ ਲੈ ਕੇ ਉਹ ਕੁਰਸੀ ਦੇ ਨਾਲ ਚਿਪਕ ਕੇ ਬਹਿ ਗਿਆ, ਅਸੀਂ ਇਸ ਸਟੈਂਡ ਕਲੀਅਰ ਕਰਤਾ ਵੀ ਜਿੱਥੇ ਵੀ ਤੁਹਾਡਾ ਪ੍ਰੋਗਰਾਮ ਹੋਊਗਾ, ਅਸੀਂ ਚਾਹੇ ਸਾਡੇ ਡੰਡੇ ਵੱਜਣ, ਚਾਹੇ ਤੁਸੀਂ ਸਾਡੇ ਪਾਣੀ ਦੀ ਬਛਾਰਾ ਮਾਰੋ, ਅਸੀਂ ਉਹ ਪ੍ਰੋਗਰਾਮ ਨਹੀਂ ਹੋਣ ਦੇ ਰਹੇ। ਅਸੀਂ ਜਾਨ ਦੀ ਬਾਜੀ ਲਾ ਕੇ ਆਏ ਹੋਏ ਹਾਂ ਤੇ ਜਾਨ ਦੀ ਬਾਜੀ ਹੀ ਲਾਉਣੀ ਹੈ। ਬੈਰੀਗੇਡ ਤੋੜਨ ਦੇ ਐਕਸਪਰਟ ਲੱਗ ਰਹੇ ਹੋ ਤੁਸੀਂ। 26 ਤਰੀਕ ਦਾ ਕੀ ਪ੍ਰੋਗਰਾਮ ਹੈ? 26 ਨੂੰ ਜਾਣ ਦਾ ਮਨ ਬਣਾਇਆ ਹੈ ਕਿ ਪਹਿਲਾਂ ਜਾਣਾ ਚਾਹੀਦਾ ਹੈ? ਨਹੀਂ, ਉਹ ਸਾਡੀ ਤਿਆਰੀ, ਅਸੀਂ ਇੱਕ ਕਾਲ ਕਰਤੀ ਆ ਤੇ ਜਿੱਦਾਂ ਵੀ ਕਿਸਾਨ ਜਥੇਬੰਦੀਆਂ, ਸਾਰਾ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਬਣੂਗਾ। ਪਰ ਸਾਡੀ ਅਪੀਲ ਸੀਗੀ ਵੀ ਆਪਾਂ 24 ਨੂੰ ਜਾਂ 25 ਨੂੰ ਤੋੜੀਏ। ਪਰ ਹਰਿਆਣੇ ਵਾਲੇ ਵਾਸਤੇ ਆਪਾਂ ਨੇ ਕਾਲ ਕਰਤੀ ਹੈ ਕਿਉਂਕਿ ਇੱਥੇ ਸਰਕਾਰ ਬੀਜੇਪੀ ਦੀ ਆ ਤੇ ਉਹਨਾਂ ਨੇ ਪਿੱਛੇ ਗ੍ਰਿਫਤਾਰੀਆਂ ਸ਼ੁਰੂ ਕਰ ਦੇਣੀਆਂ ਨੇ ਕਿ 23 ਤਰੀਕ ਤੱਕ ਰਾਤ ਤੱਕ ਜਿੰਨੇ ਵੀ ਕਿਸਾਨ ਵੀਰ ਇੱਕ ਘਰ ਦੇ ਵਿੱਚੋਂ ਇੱਕ ਬੰਦਾ ਘੱਟੋ ਘੱਟ, ਇਹ ਉਹ ਬੰਦਾ ਨਹੀਂ ਤਾਂ ਮਤਲਬ ਕਿ ਚਾਹੇ ਤੁਸੀਂ ਬੱਚਿਆਂ ਨੂੰ ਭੇਜੋ, ਚਾਹੇ ਮਾਵਾਂ ਨੂੰ ਭੇਜੋ, ਚਾਹੇ ਆਪਣੀ ਭੈਣਾਂ ਨੂੰ ਭੇਜੋ, 23 ਤਰੀਕ ਤੱਕ ਰਾਤ ਤੱਕ ਤੁਸੀਂ ਇੱਥੇ ਪਹੁੰਚਣਾ ਤੇ 24 ਦੀ ਆਪਾਂ ਨੇ ਬਿਉਂਤਬੰਦੀ ਕਰਦਾ। ਹੋ ਸਕਦਾ ਸਿਰਫ 25 ਨੂੰ ਤੋੜ ਦਈਏ, 24 ਰਾਤ ਨੂੰ ਹੀ ਤੋੜ ਦਈਏ। ਠੀਕ ਹੈ, ਉਹ ਸਾਡੀ ਪੂਰੀ ਤਿਆਰੀ ਹੈ। ਜਿੱਦਾਂ ਹੀ ਕਿਸਾਨ ਬੈਰੀਗੇਡ ਤੇ ਤੁਸੀਂ ਤੋੜ ਦਿੱਤੇ ਨੇ, ਟਕੈਤ ਸਾਹਿਬ ਕਹਿੰਦੇ ਨੇ ਵੀ ਹੁਣ ਤੁਹਾਡੇ ਅੱਗੇ ਟੈਂਕ ਹੋ ਸਕਦੇ ਤੇ ਸਾਡੇ ਇਧਰਲੇ ਪਾਸੇ ਟਰੈਕਟਰ ਤੇ ਟਰਾਲੀਆਂ ਹੋ ਸਕਦੇ ਨੇ। ਵੀਰ ਜੀ ਗੱਲ ਪਤਾ ਹੀ ਚੱਕਰ, ਜਿਹੜਾ ਟੈਂਕ ਨੂੰ ਚਲਾਉਣ ਵਾਲਾ ਬੰਦਾ ਨਾ ਉਹ ਇੱਕੇ ਪਰਿਵਾਰ 'ਚ ਹੈ। ਪਹਿਲਾਂ ਤਾਂ ਇੱਕ ਗੱਲ ਮੈਂ ਕਲੀਅਰ ਕਰ ਦਿੰਦਾ, ਜਿਹੜਾ ਜਵਾਨ ਹੈ ਨਾ ਉਹ ਕਿਸਾਨ ਦਾ ਹੀ ਬੇਟਾ ਹੈ, ਉਹ ਆਪਣੇ ਚਾਚੇ ਤਾਏ ਤੇ ਗੋਲੀ ਨਹੀਂ ਚਲਾਊਗਾ। ਇਹ ਕਰ ਸਕਦੇ ਨੇ। ਇੱਕ ਕੰਮ ਇਹਨਾਂ ਦਾ ਜਿਹੜਾ ਸਾਨੂੰ ਲੱਗਿਆ ਪਤਾ ਵੀ ਸਾਡੇ ਵੀ ਉੱਥੇ ਬੰਦੇ ਨੇ, ਇਹ ਯੂਐਨਓ ਤੋਂ ਫੋਰਸ ਸੱਦ ਸਕਦੇ ਨੇ। ਯੂਐਨਓ ਕੋਲ ਇੱਕ ਫੋਰਸ ਆ, ਉਹਦੀ ਸਾਡੇ ਨਾਲ ਕੋਈ ਸਿਮਤੀ ਨਹੀਂ ਤੇ ਫੌਜ ਤਾਂ ਵੈਸੇ ਹੀ ਬਾਗੀ ਹੋਣ ਨੂੰ ਬੈਠੀ ਆ। ਉਹਨਾਂ ਤਾਂ ਬਹਾਨਾ ਲੱਭਦੇ ਨੇ ਵੀ ਕਦੋਂ ਆਏ ਸਾਡੇ ਕੋਲ ਅਟੈਕ ਕਰਨ, ਤੇ ਪੁਲਿਸ ਤਾਂ ਹੈ ਹੀ ਸਾਡੇ ਨਾਲ। ਪੁਲਿਸ ਤਾਂ ਜਿਹੜਾ ਪੁਲਿਸ ਦਾ ਜਵਾਨ ਆ ਉਹ 70% ਕਿਸਾਨ ਦੇ ਘਰ ਤੋਂ ਹੈ। ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹੋ, ਤੁਸੀਂ ਮੀਡੀਆ ਰਾਹੀਂ ਦੇਖ ਸਕਦੇ ਹੋ। ਹਰ ਰੋਜ਼ ਤਾਂ ਵੀਡੀਓ ਆ ਰਹੀ ਹੈ ਵੀ ਆਰਮੀ ਸਾਡੇ ਨਾਲ ਹੈ। ਸਾਡੇ ਬਾਰਡਰ ਤੇ ਕੌਣ ਬੈਠਾ ਹੈ? ਤੁਸੀਂ ਬਾਰਡਰ ਦੀ ਰਾਖੀ ਕਰਵਾਉਣੀ ਹੈ ਜਾਂ ਫਿਰ ਇੱਥੇ ਮਰਵਾਉਣਾ ਹੈ? ਉਹਦਾ ਪਿਓ ਚਾਚਾ ਤਾਇਆ ਮਰਵਾਉਣਾ ਹੈ? ਪੰਜਾਬ ਦੇ ਨਾਲ ਚੰਗਾ ਪਿਆਰ ਪੈ ਗਿਆ ਹੈ, ਅੱਲਾ ਕਰੇ ਇਹ ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਕਿਵੇਂ ਦੇਖਦੇ ਹੋ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਤੁਸੀਂ ਜਿੱਤ ਕੇ ਜਾਓ ਇੱਥੋਂ, ਤੇ ਆਉਣ ਵਾਲਾ ਸਮਾਂ ਜਿਹੜਾ ਹੋਏਗਾ ਪੰਜਾਬ ਦੇ ਪ੍ਰਤੀ, ਹਰਿਆਣੇ ਦਾ ਪੰਜਾਬ ਦੇ ਪ੍ਰਤੀ, ਕਿਉਂਕਿ ਤੁਸੀਂ ਹਰਿਆਣੇ ਤੋਂ ਮੀਡੀਆ ਜਿਹੜਾ ਅਸੀਂ ਜਿਹੜੇ ਹੈਗੇ ਪੰਜਾਬ ਤੋਂ, ਕਿੱਦਾਂ ਦਾ ਪਿਆਰ ਹੋਏਗਾ ਅੱਗੇ? ਨਹੀਂ ਭਾਜੀ, ਜਿਹੜੀ ਨਾ ਇੱਕ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਬੋ, ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਫਲਸਫਾ ਸੀ, ਉਹਦੇ ਤੇ ਅੱਜ ਪੂਰਾ ਸੰਸਾਰ ਟੁੱਕਿਆ ਹੋਇਆ ਹੈ। ਤੇ ਹੁਣ ਆਪਾਂ ਤਾਂ ਹਰਿਆਣੇ ਪੰਜਾਬ ਵਾਲੀ ਗੱਲ ਹੀ ਨਹੀਂ ਕਰਦੇ, ਅਸੀਂ ਤਾਂ ਸਾਂਝੇ ਪੰਜਾਬ ਵਾਲੀ ਗੱਲ ਕਰਦੇ ਹਾਂ ਕਿ ਸਾਡਾ ਸਾਂਝਾ ਪੰਜਾਬ ਹੈ। ਤੇ ਉਹ ਭਰਾ ਸੀਗੇ ਤੇ ਥੋੜੇ ਜਿਹੇ ਸਰਕਾਰਾਂ ਕਰਕੇ ਬਖਰੇਵੇਂ ਸੀ, ਉਹ ਸਾਰੇ ਮਿਟ ਗਏ ਨੇ। ਹੁਣ ਤਾਂ ਗੱਲ ਇਹ ਕਿ ਅਬਰ ਅੱਲਾ ਨੂਰ ਕੋ ਪਾਇਆ ਕੁਦਰਤ ਕੇ ਸਭ ਬੰਦੇ, ਉਹੀ ਗੱਲ ਹੁਣ ਤਾਂ ਸਾਰੇ ਇੱਕ ਨੇ। ਤੁਸੀਂ ਇੱਕ ਚੀਜ਼ ਦੇਖੀ ਹੈ, ਬਾਰ-ਬਾਰ ਸਰਕਾਰਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਵੀ ਜਿਹੜੀਆਂ ਇਹ ਰੱਦ ਨੇ, ਇਹ ਜਿਹੜੇ ਕਾਨੂੰਨ ਨੇ ਇਹ ਰੱਦ ਨਹੀਂ ਹੋਣਗੇ। ਅਗਲਾ ਫੈਸਲਾ ਜਿਹੜਾ ਜਥੇਬੰਦੀਆਂ ਨੂੰ ਕੀ ਲੈਣਾ ਚਾਹੀਦਾ? ਕਿਉਂਕਿ 8 ਮੀਟਿੰਗਾਂ ਹੋ ਚੁੱਕੀਆਂ ਨੇ, 9ਵੀਂ ਮੀਟਿੰਗ ਜਿਹੜੀ ਹੈ ਉਹ 15 ਤਰੀਕ ਨੂੰ ਬੁਲਾਈ ਗਈ ਹੈ। ਅਗਲਾ ਸਟੈਪ ਵਧੀਆ ਹੋਰ ਕੀ ਹੋਣਾ ਚਾਹੀਦਾ? ਅਸੀਂ ਇੱਕ ਗੱਲ ਕਹਿੰਦੇ ਆ, ਸਾਨੂੰ ਨਾ ਇੱਕ ਗੱਲ ਪਤਾ ਲੱਗੀ ਹੈ ਕਿ ਵੈਸੇ ਤਾਂ ਨਾ ਸਾਨੂੰ ਹੁਣ ਗੱਲਬਾਤ ਕਰਨ ਜਾਣਾ ਹੀ ਨਹੀਂ ਚਾਹੀਦਾ। ਅਸੀਂ ਅਪੀਲ ਕਰਦੇ ਹਾਂ ਜਥੇਬੰਦੀਆਂ ਨੂੰ, ਕਿਸਾਨ ਸੰਗਠਨਾਂ ਨੂੰ, ਕਿਉਂਕਿ ਸਾਨੂੰ ਪਤਾ ਲੱਗਿਆ ਉਹ ਸਾਨੂੰ 45 ਮਿੰਟ ਉੱਥੇ ਸਾਡੇ ਕਿਸਾਨ ਦੇ ਜਿਹੜੇ ਜਥੇਬੰਦੀਆਂ ਦੇ ਪ੍ਰਧਾਨ ਨੇ, ਜਿਹੜੇ ਸੰਗਠਨਾਂ ਦੇ ਪ੍ਰਧਾਨ ਨੇ, ਮੁਖੀ ਨੇ ਜਿਹੜੇ, ਉਹਨਾਂ ਨੂੰ ਵੇਟ ਕਰਾਈ ਜਾਂਦੀ ਉੱਥੇ 40 ਮਿੰਟ ਉਹ ਬਿਠਾ ਕੇ ਆਉਂਦੇ ਨਹੀਂ ਤੇ ਉਹ ਆਪਣੀ ਗੱਲ ਤੋਂ ਟਸ-ਮਸ ਨਹੀਂ ਹੋ ਰਹੇ। ਤੇ ਅਸੀਂ ਗੱਲ ਕਲੀਅਰ ਕਰਤੀ, ਹੁਣ ਸਾਨੂੰ ਗੱਲ ਕਰਨ ਵਾਸਤੇ ਜਾਣਾ ਵੀ ਨਹੀਂ ਚਾਹੀਦਾ। ਤੇ ਜੇ ਗੱਲ ਕਰਨੀ ਹੋਵੇ ਤੇ ਜਰਨੈਲ ਨਾਲ ਜਰਨੈਲ ਗੱਲ ਕਰੇ,
ਮੋਦੀ ਆਵੇ ਗੱਲ ਕਰਨ, ਅਮਿਤ ਸ਼ਾਹ ਆਵੇ, ਤੇ ਇਹਨਾਂ ਨਾਲ ਇਹ ਜਿਹੜੇ ਨੌਕਰ ਇਹਨਾਂ ਨਾਲ ਗੱਲ ਨਹੀਂ ਸਾਨੂੰ ਕਰਨੀ ਤੁਸੀਂ ਇਹ ਕਹਿੰਦੇ ਹੋ ਵੀ ਜਰਨੈਲ ਦੇ ਨਾਲ ਜਿਹੜਾ ਜਰਨੈਲ ਗੱਲ ਕਰਨ ਦੇ ਲਈ ਪਹੁੰਚੇ। ਹਾਂ, ਜਰਨੈਲ ਗੱਲ ਕਰਨ ਪਹੁੰਚੇ। ਤੇ ਬਹੁਤ ਸਾਰੇ ਨੌਜਵਾਨ ਇਹ ਕਹਿੰਦੇ ਸੁਣੇ ਨੇ ਵੀ ਹੁਣ ਜਿਹੜੀਆਂ ਮੀਟਿੰਗਾਂ ਨੇ ਉਹ ਟਰਾਲੀਆਂ ਦੇ ਵਿੱਚ ਹੋਣੀਆਂ ਚਾਹੀਦੀਆਂ। ਅਸੀਂ 8 ਮੀਟਿੰਗਾਂ ਉੱਥੇ ਕਰ ਚੁੱਕੇ ਹਾਂ। ਮੀਟਿੰਗ ਕਰਨ ਦਾ ਤਾਂ ਭਾਜੀ ਤੁਸੀਂ ਟਰੈਲੀ 'ਚ ਕਰ ਲਓ, ਚਾਹੇ ਉੱਥੇ ਜਾ ਕੇ ਕਰ ਲਓ। ਉਹ ਤਾਂ ਸਾਡੀ ਮਤਲਬ ਕਿ ਨਿਮਰਤਾ ਪੂਰਵਕ ਵਾਲੀ ਗੱਲ ਹੈ ਵੀ ਅਸੀਂ ਪਹਿਲਾ ਵਾਰ ਨਹੀਂ ਕਰਨਾ। ਗੁਰੂ ਗੋਬਿੰਦ ਸਿੰਘ ਜੀ ਦਾ ਫਲਸਫਾ ਸੀਗਾ ਵਾਰ ਦਾ ਅਸੀਂ ਜਵਾਬ ਦੇਣਾ ਹੈ, ਇਹ ਗੱਲ ਹੁੰਦੀ ਰਹੀ ਹੈ। ਪਰ ਗੱਲ ਕੀ ਹੈ, ਉਹ ਹੁਣ ਮੀਟਿੰਗ ਕਰਨ ਦਾ ਤਾਂ ਕੋਈ ਟੀਚਾ ਨਹੀਂ ਬਣਦਾ। ਜਦੋਂ ਅਸੀਂ ਇੱਕ ਟੀਚਾ ਕਲੀਅਰ ਕਰਤਾ ਕਿ ਅਸੀਂ ਕਾਨੂੰਨ ਰੱਦ ਆ ਤੇ MSP ਗਰੰਟੀ ਕਾਨੂੰਨ ਲੈ ਕੇ ਜਾਵਾਂਗੇ, ਤੇ ਅਦਰਵਾਈਜ਼ ਅਸੀਂ ਜਾਣਾ ਨਹੀਂ, ਅਸੀਂ ਜਿੱਤਾਂਗੇ ਜਾਂ ਮਰਾਂਗੇ, ਬਸ ਆ ਗੱਲ ਫਾਈਨਲ ਹੈ। ਤੁਹਾਨੂੰ ਪਤਾ ਹੋਏਗਾ ਬਈ ਰਾਜੋਆਣੇ ਨੂੰ ਛੱਡਣ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਹਵਾਰੇ ਨੂੰ ਛੱਡਣ ਦੀਆਂ ਗੱਲਾਂ ਹੋ ਰਹੀਆਂ ਨੇ। ਇੱਥੇ ਤੱਕ ਕਿ ਜਿਹੜਾ ਬਿੱਟੂ ਨੇ ਕਾਂਗਰਸ ਪਾਰਟੀ ਦੇ ਵਿਧਾਇਕ ਨੇ, ਉਹਨਾਂ ਦੇ ਵੱਲੋਂ MP ਨੇ, ਉਹਨਾਂ ਵੱਲੋਂ ਇਹ ਬਕਾਇਦਾ ਕਿਹਾ ਗਿਆ ਹੈ ਵੀ ਜੇ ਸਰਕਾਰ ਜਿਹੜੇ ਨੇ ਇਹ ਕਾਨੂੰਨ ਰੱਦ ਕਰਦੀ ਹੈ ਤੇ ਉਹਨਾਂ ਨੂੰ ਛੱਡਿਆ ਜਾਂਦਾ ਹੈ, ਕਿਉਂਕਿ ਉਹ ਸਦਾ ਇਹਨਾਂ ਚੀਜ਼ਾਂ ਦੇ ਵਿਰੋਧੀ ਰਹੇ ਨੇ, ਹਵਾਰੇ ਰਾਜੋਆਣੇ ਦੇ ਵਿਰੋਧੀ ਰਹੇ ਨੇ। ਤੇ ਉਹ ਕਹਿੰਦੇ ਵੀ ਜੇ ਕਾਲੇ ਕਾਨੂੰਨ ਸਰਕਾਰ ਵਾਪਸ ਲੈ ਲੈਂਦੀ ਹੈ ਤੇ ਸਾਡਾ ਜਿਹੜਾ ਪਰਿਵਾਰ ਹੈ ਇਹਨਾਂ ਦੋਹਾਂ ਦਾ, ਹਵਾਰੇ ਦਾ, ਰਾਜੋਆਣੇ ਦਾ, ਕਦੇ ਵਿਰੋਧ ਨਹੀਂ ਕਰੇਗਾ ਜਦ ਤੱਕ ਕਿ ਹੁਣ ਤੱਕ ਉਹ ਵਿਰੋਧ ਕਰਦੇ ਰਹੇ ਨੇ। ਭਾਜੀ ਦੇਖੋ, ਉਹ ਨਾ ਇੱਕ ਰਾਜਨੀਤਿਕ ਮਸਲਾ ਹੈ, ਤੇ ਉਹ ਬਿੱਟੂ ਹੁਣ ਤੱਕ ਵੀ ਜਿੰਨੇ ਵੀ ਬਿਆਨ ਦਿੰਦਾ ਰਿਹਾ ਉਹ ਰਾਜਨੀਤਿਕ ਪੱਖੀ ਤੌਰ ਤੇ ਆਪਣੇ ਘਾਟੇ ਵਾਧੇ ਸੋਚ ਕੇ ਦਿੰਦਾ ਰਿਹਾ। ਕਿਸਾਨਾਂ ਦੇ ਹੱਕ ਦੇ ਵਿੱਚ ਬੈਠਾ ਹੈ ਜਿਹੜਾ ਦਿੱਲੀ। ਕਿਸਾਨਾਂ ਦੇ ਹੱਕ ਵਾਲੀ ਜਿਹੜੀ ਗੱਲ ਸੀਗੀ ਨਾ, ਉਹਨਾਂ ਨੇ ਜਿਹੜੇ ਬਿਆਨ ਦਿੱਤੇ ਨੇ ਇਹ ਰਾਜੋਆਣਾ ਨੂੰ ਤੇ ਜਗਤਾਰ ਸਿੰਘ ਹਵਾਰਾ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਛੱਡਣ ਵਾਲੀਆਂ ਗੱਲਾਂ ਨੇ। ਇਹ ਸਾਰਾ ਨਾ ਬਖਰੇਵਾ ਪਾਣ ਜਾਂ ਮਾਈਂਡ ਨੂੰ ਡਾਈਵਰਟ ਕਰਨ ਵਾਸਤੇ ਹੈ। ਮੈਂ ਤਾਂ ਇੱਕ ਕਲੀਅਰ ਗੱਲ ਕਹਿਣਾ ਵੀ ਜਿਹੜੀ ਨਾ ਹੁਣ ਕੋਰਟ ਦਾ ਫੈਸਲਾ ਆਇਆ, ਚਲੋ ਕੋਰਟ ਦਾ ਸਤਿਕਾਰ ਹੈ, ਪਰ ਕੋਰਟ ਵੀ ਇੱਕ ਟਾਈਮ ਸਮਾਂ ਸੀਗਾ ਪਿੱਛੇ ਜੀ ਨਾ ਵੀ ਜਿਹੜੀ ਉਹ ਆਪ ਦੀ ਮਰਿਆਦਾ ਇੱਕ ਖੋ ਚੁੱਕੀ ਸੀਗੀ, ਆਪਣਾ ਜਿਹੜਾ ਵਰਚਸਵ ਸੀ ਉਹ ਖੋ ਚੁੱਕੀ ਸੀਗੀ ਵੀ ਸਾਨੂੰ ਕੋਰਟ ਤੋਂ ਨਿਆਂ ਮਿਲਦਾ ਹੈ। ਮੈਂ ਇੱਕ ਪੱਖ ਤੋਂ ਆਹ ਗੱਲ ਵੀ ਦੇਖਦਾ ਵੀ ਕੋਰਟ ਨੇ ਹੁਣ 2 ਫੈਸਲੇ ਸਾਡੇ ਵਾਸਤੇ ਲਏ ਨੇ। ਉਹ ਕਹਿੰਦੀ ਹੈ ਵੀ ਕਾਨੂੰਨ ਜਾਂ ਤਾਂ ਸਰਕਾਰ ਰੱਦ ਕਰੇ ਜਾਂ ਅਸੀਂ ਰੱਦ ਕਰਾਂਗੇ। ਉਹ ਇੱਕ ਕ੍ਰੈਡੀਬਿਲਟੀ ਕੋਰਾ ਤਿਆਰ ਕਰ ਰਹੀ ਹੈ ਆਪਣੇ ਵਾਸਤੇ। ਜੇ ਮੈਂ ਕੱਲ੍ਹ ਨੂੰ ਫੈਸਲਾ ਦੇ ਦੇਵਾਂ ਤੇ ਲੋਕੀ ਮੇਰੀ ਸਿੰਮਤੀ ਲੈ ਕੇ ਤੇ ਮੇਰੇ ਨਾਲ ਜੁੜਨ। ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਦੇ ਹਾਂ। ਅੱਜ ਦਾ ਜਿਹੜਾ ਨੌਜਵਾਨ ਹੈ, ਜਿਹੜਾ ਯੂਥ ਆ, ਜਿਹੜਾ ਫਾਰਮਰ ਆ, ਉਹ ਪੜ੍ਹਿਆ ਲਿਖਿਆ ਹੈ ਕਿ ਆਹ ਸਾਰੇ ਮਤਲਬ ਕਿ ਆਹ ਸੋਸੇ ਛੱਡੇ ਜਾਂਦੇ ਨੇ ਇੱਦਾਂ ਦੇ। ਜੇ ਉਹਨਾਂ ਨੇ ਛੱਡਣਾ ਹੁੰਦਾ ਅੱਜ ਤੋਂ ਪਹਿਲਾਂ ਰਾਜੋਆਣੇ ਦੀ ਗੱਲ ਕਿਉਂ ਨਹੀਂ ਕੀਤੀ ਉਹਨਾਂ ਨੇ? ਅੱਜ ਤੋਂ ਪਹਿਲਾਂ ਹਵਾਰਾ ਸਾਹਿਬ ਦੀ ਗੱਲ ਕਿਉਂ ਨਹੀਂ ਕੀਤੀ ਜਦੋਂ ਤੱਕ ਉਹ 36 ਕੇਸਾਂ ਦੇ ਵਿੱਚ ਬਰੀ ਹੋ ਸਕਿਆ? ਸਭ ਤੋਂ ਵੱਡੀ ਗੱਲ ਆਹ ਕਿ ਜਥੇਦਾਰ ਸਾਹਿਬ ਦੀ ਆਹ ਨਾ ਕਹਿ ਦੇਣ ਵੀ ਇਹਨਾਂ ਨੇ ਜੇਲ੍ਹ ਕਿਉਂ ਨਹੀਂ ਬਦਲੀ ਕੀਤੀ, ਪੰਜਾਬ 'ਚ ਨਹੀਂ ਕਿਉਂਕਿ ਲੈ ਕੇ ਗਏ ਜਦੋਂ ਤੱਕ ਉਹਨਾਂ ਦਿੱਲੀ 'ਚ ਕੋਈ ਕੇਸ ਹੀ ਨਹੀਂ। ਆਹ ਸਭ ਤੋਂ ਵੱਡਾ ਮੁੱਦਾ ਨਾ, ਇਹ ਛੱਡਣ ਦੀ ਗੱਲ, ਰਿਹਾਈ ਦੀ ਗੱਲ ਕਰਦੇ ਨੇ ਤੇ ਹੋਰ ਸਿੰਘਾਂ ਦੀ ਵੀ ਗੱਲ ਕਰਨ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ, ਉਹਦੇ ਤੇ ਕਿਉਂ ਨਹੀਂ ਬੋਲੇ? ਬਹੁਤ ਇਹੋ ਜਿਹੇ ਸਿੰਘ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ, ਉਹਨਾਂ ਨੂੰ ਪੇਰੋਲ ਤੱਕ ਨਹੀਂ ਮਿਲਦੀ ਸੀ। ਆਹ ਬਖਰੇਵੇਂ ਵਾਲੀਆਂ ਗੱਲਾਂ ਨੇ। ਆਹ ਡਾਇਵਰਟ ਕਰਨਾ, ਮਾਈਂਡ ਨੂੰ ਡਾਇਵਰਟ ਕਰਨਾ ਤੇ ਇੱਕ ਸਬਜੈਕਟ ਦੇ ਦੇਣਾ ਵੀ ਤੁਸੀਂ ਇਹਦੇ ਤੇ ਵੀ ਗੱਲ ਕਰੋ, ਉਹ ਕੋਈ ਗੱਲ ਨਹੀਂ ਹੈਗੀ। ਆਹ ਨਾ ਕੁੰਡੀ ਲਾਉਣ ਵਾਲੀ ਗੱਲ ਹੈ, ਜਿੱਦਾਂ ਮੱਛੀ ਨੂੰ ਫੜਨ ਵਾਸਤੇ ਨਾ ਉਹਦੇ ਮੂਹਰੇ ਮਾਸ ਦੀ ਇੱਕ ਕੁੰਡੀ ਲਾਈ ਜਾਂਦੀ ਹੈ ਤੇ ਉਹਨੂੰ ਕੁੰਡੀ ਪਾ ਕੇ ਉਹਨੂੰ ਕੱਢਣ ਵਾਲੀ ਗੱਲ ਹੈ। ਬਹੁਤ ਸਾਰੀਆਂ ਇੱਥੇ ਬੇਟੀਆਂ ਤੁਰੀਆਂ ਫਿਰਦੀਆਂ ਨੇ, ਛੋਟੇ ਛੋਟੇ ਬੱਚੇ ਤੁਰੇ ਫਿਰਦੇ ਨੇ। ਤੁਸੀਂ ਵੇਖਿਆ ਵੀ ਤੁਸੀਂ ਨਹੀਂ ਚਾਹੁੰਦੇ ਵੀ ਹਾਂ ਕੁਝ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੁਣ ਤੱਕ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਜਿਹੜੀਆਂ ਰਹੀਆਂ ਨੇ, ਜਿਹੜੀਆਂ ਬੇਟੀ ਬਚਾਓ ਬੇਟੀ ਪੜ੍ਹਾਓ ਦੀਆਂ ਗੱਲਾਂ ਕਰਦੇ, ਹੋਰ ਵੀ ਬੜੇ ਨਾਅਰੇ ਪੰਜਾਬ ਦੇ ਵਿੱਚ ਦਿੱਤੇ ਜਾਂਦੇ ਸੀ ਬੇਟੀਆਂ ਨੂੰ ਲੈ ਕੇ, ਉਹਨਾਂ ਨੂੰ ਨਹੀਂ ਇੱਥੇ ਬੁਲਾਉਣਾ ਚਾਹੋਗੇ ਤੁਸੀਂ? ਨਹੀਂ, ਅਸੀਂ ਜਥੇਬੰਦੀਆਂ ਨੂੰ ਵੀ ਇੱਕ ਗੱਲ ਅਰਜ਼ ਕਰਦੇ ਹਾਂ ਹੱਥ ਜੋੜ ਕੇ ਕਿ ਹੁਣ ਨਾ ਉਹ ਜਿਹੜੇ ਕਹਿੰਦੇ ਨੇ ਵੀ ਨੰਨੀ ਛਾਂ ਹੈ, ਉਹ ਆ ਕੇ ਨੰਨੀ ਛਾਂ ਬਹੇ ਅੱਗੇ ਆ ਕੇ ਜਿਹੜੀ ਤੋਪਾਂ ਦੇ ਗੋਲਿਆਂ ਦੇ ਤੇ ਹੁਣ ਜਿਹੜੀ ਉਹ ਕਹਿੰਦੇ ਤੁਸੀਂ ਵੀ ਟੈਂਕ ਚੱਲਨੇ ਨੇ, ਗੋਲੀਆਂ ਚੱਲਨੇ ਨੇ, ਤੇ ਜਿਹੜਾ ਉਹ ਕੈਪਟਨ ਹੈ ਜਿਹੜਾ ਕਹਿੰਦੇ ਮੈਂ ਯੁੱਧ ਲੜੇ ਨੇ, ਉਹ ਕਹਿੰਦਾ ਸੀਗਾ ਮੈਂ ਛਾਤੀ 'ਚ ਗੋਲੀ ਪਹਿਲੀ ਖਾਊਂਗਾ, ਉਹ ਵੀ ਆਪ ਦਾ ਸਟੈਂਡ ਕਲੀਅਰ ਕਰਨ। 26 ਜਨਵਰੀ ਦੇ ਉਹ ਪ੍ਰੋਗਰਾਮ ਕੈਂਸਲ ਕਰਨ ਜਾਂ ਬਾਈਕਾਟ ਕਰਨ ਜੋ ਕਨਸਟੀਟਿਊਸ਼ਨਸ ਦੇ ਵਿੱਚ ਆਂਦਾ ਸੀ। ਕਹਿੰਦੇ ਵੀ ਸੰਵਿਧਾਨ ਨਾ ਤੋੜੋ। ਨੰਨੀ ਸ਼ਾਹ ਨੇ ਤਾਂ ਜਿਹੜਾ ਅਸਤੀਫਾ ਦੇ ਦਿੱਤਾ ਸੀ। ਨਹੀਂ, ਅਸਤੀਫਾ ਦੇ ਦਿੱਤਾ ਸੀਗਾ ਤੇ ਹੁਣ ਆਣ ਨਾ, ਹੁਣ ਤਾਂ ਜਥੇਬੰਦੀਆਂ ਨੂੰ ਆਪਾਂ ਕਹਿੰਦੇ ਆ ਵੀ ਉਹਨਾਂ ਨੂੰ ਗਾਂਹ ਬਿਠਾਓ ਤੇ ਗਾਂਹ ਬਿਠਾਉਣ ਤੋਂ ਬਾਅਦ ਜਿਹੜਾ ਕੈਪਟਨ ਸਾਹਿਬ ਹੈ ਉਹ ਵੀ ਆਪ ਦਾ ਜਥਾ ਲੈ ਕੇ ਆਵੇ, ਜਿਨ੍ਹਾਂ ਨੇ ਇਲੈਕਸ਼ਨ ਲੜਨੇ ਨੇ, ਜਿਨ੍ਹਾਂ ਨੇ ਵੋਟਾਂ ਲੈਣੀਆਂ ਨੇ, ਜਿਨ੍ਹਾਂ ਨੇ MLA ਬਣਨਾ, ਮੰਤਰੀ ਬਣਨਾ, ਜ਼ਿਲ੍ਹਾ ਪ੍ਰੀਸ਼ਦੀ ਸਰਪੰਚੀ ਦੀਆਂ ਵੋਟਾਂ ਲੈਣੀਆਂ ਨੇ, ਉਹ ਆਣ ਆ ਕੇ ਅੱਗੇ ਸਾਡੇ ਨਾਲ ਬਹਿਣ ਦੇ ਵਿੱਚ ਜਦੋਂ ਗੋਲੀ ਚੱਲੂਗੀ ਤਾਂ ਮੀਡੀਆ ਨੂੰ ਪਤਾ ਲੱਗੇ ਵੀ ਅੱਜ ਕੈਪਟਨ ਵੀ ਮਰ ਰਿਹਾ ਹੈ ਤੇ ਬਾਦਲ ਪਰਿਵਾਰ ਵੀ ਕੁਰਬਾਨੀ ਦੇਣ ਨੂੰ ਤਿਆਰ ਹੈ ਜਿੱਦਾਂ ਉਹ ਕਹਿੰਦਾ ਰਿਹਾ ਹੈ। ਤੇ ਉਹਦੇ ਨਾਲ ਜਿਹੜੀ ਸਮਾਜਵਾਦੀ ਪਾਰਟੀਆਂ ਨੇ, ਜਿਹੜੀ ਦੇਸ਼ ਦੀਆਂ ਹੋਰ ਵੀ ਪਾਰਟੀਆਂ ਨੇ, ਚਾਹੇ ਉਹ ਸਾਡੇ ਇੱਥੇ ਇਨੈਲੋ ਪਾਰਟੀ ਹੈ, ਚਾਹੇ ਉਹ ਸ਼ਿਵ ਸੈਨਾ ਹੈ, ਚਾਹੇ ਕਨਈਆ ਕੁਮਾਰ ਦੀ ਪਾਰਟੀ ਹੈ, CPM ਹੈ, ਜਿੰਨੀ ਵੀ ਦੂਜੀ ਪਾਰਟੀਆਂ ਨੇ, ਉਹ ਆਪ ਦਾ ਸਟੈਂਡ 26 ਜਨਵਰੀ ਦਾ ਕਲੀਅਰ ਕਰਨ ਵੀ ਉਹ ਸਰਕਾਰ ਦੇ ਨਾਲ ਬਹਿਣਗੀਆਂ, ਪ੍ਰੋਗਰਾਮਾਂ ਦੇ ਸਰਕਾਰੀ ਦੇ ਵਿੱਚ ਜਾਣਗੀਆਂ ਜਾਂ ਕਿਸਾਨਾਂ ਨਾਲ ਨੇ। ਕਿਉਂਕਿ ਕੱਲ੍ਹ ਨੂੰ ਜਦੋਂ ਅਸੀਂ ਮੋਰਚਾ ਫਤਿਹ ਕਰਕੇ ਜਾਣਾ, ਫਿਰ ਉਹਨਾਂ ਨੇ ਵੋਟਾਂ ਦੇ ਤਾਂ ਮੁੱਦਾ ਬਣਾਉਣਾ ਕਿ ਅਸੀਂ ਕਿਸਾਨਾਂ ਵਾਸਤੇ ਕੀਤਾ ਹੈ, ਹੁਣ ਗੋਲੀ ਖਾਣ ਵੇਲੇ ਵੀ ਆਉਣ।
ਪੰਜਾਬ ਦੇ ਵਿੱਚੋਂ ਬਹੁਤ ਸਾਰੇ ਸਰਪੰਚ ਆਏ ਨੇ, ਚਾਹੇ ਉਹ ਰਾਜਨੀਤਿਕ ਕਿਸੇ ਵੀ ਪਾਰਟੀ ਦੇ ਨਾਲ ਜੁੜੇ ਹੋਣ। ਤੁਹਾਡੇ ਹਰਿਆਣੇ ਤੋਂ ਵੀ ਕੋਈ ਇਦਾਂ ਦੇ ਰਾਜਨੀਤਿਕ ਪਾਰਟੀਆਂ ਦੇ ਨਾਲ ਜੁੜੇ ਹੋਏ ਸਰਪੰਚ ਇੱਥੇ ਪਹੁੰਚੇ ਨੇ, ਖਾਸ ਕਰ ਬੀਜੇਪੀ ਦੇ ਨਾਲ ਸੰਬੰਧਿਤ? ਨਹੀਂ, ਸਾਡੇ ਇੱਥੇ ਤਾਂ ਸਰਪੰਚ ਯੂਨੀਅਨ ਨੇ ਇੱਕ ਫੈਸਲਾ ਕਰਕੇ ਨਾ ਸਮਰਥਨ ਹੀ ਕਰਤਾ ਸੀਗਾ ਹਰਿਆਣੇ ਦੇ ਵਿੱਚ। ਹਰਿਆਣੇ ਦੇ ਵਿੱਚ ਹੋਰ ਸਟੇਟਾਂ ਨਾਲੋਂ ਅੰਦੋਲਨ ਥੋੜ੍ਹਾ ਜਿਹਾ ਵੱਖਰੇ ਢੰਗ ਨਾਲ ਚੱਲ ਰਿਹਾ। ਉਹ ਜਿੰਨੇ ਵੀ ਇੱਥੇ ਸਰਪੰਚ ਆਉਂਦੇ ਨੇ ਉਹਨਾਂ ਨੂੰ ਉਹ ਮਤਲਬ ਕਿ ਸਰਕਾਰੀ ਤੰਤਰ ਦੇ ਨਾਲ ਉਹ ਘੋਟਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀ ਇਨਕੁਆਇਰੀਆਂ ਪਾ ਦਿੰਦੇ ਨੇ, ਆਰਟੀਆਈ ਪਵਾ ਦਿੰਦੇ ਨੇ। ਪਰ ਗੱਲ ਇਹ ਹੈ ਵੀ ਸਾਡੇ ਇੱਥੇ ਨਾ ਵੱਖਰੀ ਵੱਖਰੀ ਪਾਰਟੀਆਂ ਤੋਂ, ਇਨੈਲੋ ਤੋਂ ਹੋਵੇ, ਚਟਾਲਾ ਜੀ ਵੀ ਆਏ ਹੋਏ ਨੇ, ਇੱਥੇ ਕਾਂਗਰਸ ਦੇ ਵੀ ਆਏ ਨੇ ਹੈ, ਤੇ ਉਹ ਆਉਂਦੇ ਨੇ ਪਰ ਉਹ ਸਟੇਜ ਤੇ ਨਹੀਂ ਜਾਂਦੇ, ਉਹ ਆਪ ਦਾ ਸਮਰਥਨ ਕਰ ਰਹੇ ਨੇ। ਉਹ ਤੇ ਉਹਨਾਂ ਨੇ ਹੁਣ ਕੱਲ ਵੀ ਬੋਲਿਆ ਵੀ ਭੁਪਿੰਦਰ ਸਿੰਘ ਹੁੱਡਾ ਦਾ ਜਿਹੜੇ ਐਕਸ-ਸੀਐਮ ਸੀ ਉਹਨਾਂ ਦੇ ਵੀ ਬਿਆਨ ਆਇਆ, ਤੇ ਹੁਣੇ ਮੈਨੂੰ ਪਤਾ ਲੱਗਿਆ ਸੀਗਾ ਵੀ ਅਭੈ ਚਟਾਲੇ ਨੇ ਲਿਖ ਕੇ ਦੇਤਾ ਵਿੱਚ 26 ਤਰੀਕ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਮੇਰਾ ਅਸਤੀਫਾ ਮਨਜ਼ੂਰ ਕਰੋ। ਉਹ ਆਪ ਦੇ ਪੱਧਰ ਤੇ ਕਰੀ ਜਾਂਦੇ ਨੇ ਉਦੋਂ ਦਾ ਕੰਮ। ਬਹੁਤ ਬਹੁਤ ਧੰਨਵਾਦ ਜੀ। ਵੀਰ ਹਰਿਆਣੇ ਤੋਂ ਨੇ, ਬੜਾ ਵਧੀਆ ਇਹਨਾਂ ਨੇ ਸਾਨੂੰ ਦੱਸਿਆ ਹੈ ਬਈ ਜਿਹੜਾ ਸੇਵਾ ਹੁੰਦੀ ਆ ਉਹਦਾ ਕੋਈ ਦਾਇਰਾ ਨਹੀਂ ਹੁੰਦਾ। ਜਿਵੇਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ, ਇਸ ਤਰ੍ਹਾਂ ਵੀਰਾਂ ਨੇ ਕਿਹਾ ਵੀ ਜਿਹੜੇ ਪੰਜਾਬੀ ਨੇ ਉਹਨਾਂ ਦੇ ਨਾਲ ਪਿਆਰ ਹੀ ਇੰਨਾ ਪੈ ਗਿਆ ਹੈ ਕਿ ਉਹ ਅਸੀਂ ਇੱਕ ਸਕੇ ਭਰਾਵਾਂ ਦੀ ਤਰ੍ਹਾਂ ਸਮਾਜ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਅਸੀਂ ਇੱਥੋਂ ਜਿੱਤ ਕੇ ਜਾਵਾਂਗੇ ਤਾਂ ਇਦਾਂ ਹੀ ਪਿਆਰ ਜਿਹੜਾ ਸਾਡਾ ਬਣਿਆ ਰਹੇਗਾ। ਕੈਮਰਾਮੈਨ ਹਰਮਨ ਸਿੰਘ ਗਾਬੜੀਏ ਦੇ ਨਾਲ ਅਮਰਪ੍ਰੀਤ ਸਿੰਘ ਗੁੱਜਰਵਾਲ, ਸੁਰਖਾਬ ਟੀਵੀ ਤੋਂ, ਕੁੰਡਲੀ ਬਾਰਡਰ, ਦਿੱਲੀ।